ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 20ਵਾਂ ਪੌੜੀ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਧਨਾ, ਅਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ। ਵਡਿਆਈ ਵੱਡਾ ਪਾਇਆ। ਸਤਿਗੁਰੂ ਸਮਝਾਉਂਦੇ ਨੇ ਭਾਈ, ਸੇਵ ਕੀਤੀ ਸੰਤੋਖੀ। ਆਪਾਂ ਸੰਤੋਖ ਤੱਕ ਅਵਸਥਾ ਬਾਰੇ ਆਪਾਂ ਸਮਝ ਲਈਏ। ਸਤਿਗੁਰਾਂ ਦੇ ਗੁਰ ਸ਼ਬਦ ਦੀ ਵਿਚਾਰ ਤੋਂ, ਗੁਰਬਾਣੀ ਦੀ ਸਮਝ ਤੋਂ ਬਿਨਾਂ ਅਸੀਂ ਸੰਤੋਖ ਤੱਕ ਨਹੀਂ ਜਾ ਸਕਦੇ। ਸੰਤੋਖ ਤੋਂ ਬਿਨਾਂ ਇਹ ਭਗਤੀ ਨਹੀਂ ਹੋ ਸਕਦੀ। ਜਿਹੜੀ ਸੰਸਾਰੀ ਭਗਤੀਆਂ ਨੇ ਉਹ ਪਿੱਛੇ ਆਪਾਂ 2 ਹੀ ਸਲੋਕਾਂ 'ਚ ਵਿਚਾਰਿਆ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਹਉ ਵਿੱਚ ਆਇਆ, ਹਉਮੈ ਇਹ ਜਾਤ ਹੈ। ਹਉਮੈ ਕਰਕੇ ਤਾਂ ਇਹ ਜਾਤ ਸਰੀਰ ਮਿਲਿਆ। ਇੱਥੇ ਸਤਿਗੁਰ ਆਪਾਂ ਨੂੰ ਸਮਝਾ ਰਹੇ, ਉਹਨਾਂ ਨੇ ਸੇਵਾ ਕੀਤੀ ਹੈ ਸੰਤੋਖੀਆਂ ਨੇ। ਕੌਣ ਨੇ ਸੰਤੋਖੀ? ਉਹ ਤਾਂ ਗੁਰਸਿੱਖ ਨੇ ਭਾਈ, ਜਿਹੜੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਵੇ ਪਾਰ। ਕਿਵੇਂ ਪਹੁੰਚਾਂਗੇ ਆਪਾਂ ਸੰਤੋਖ ਤੱਕ? ਜਪਜੀ ਸਾਹਿਬ ਦੇ ਵਚਨ ਲੈਣੇ ਆਪਾਂ ਪਹਿਲੀ ਪਾਤਸ਼ਾਹੀ ਦੇ। ਸੁਣੀਏ ਸਤ ਸੰਤੋਖ ਗਿਆਨ, ਸੁਣੀਏ ਅਠ ਸਟਕਾਏ ਸਨਾਨ, ਸੁਣੀਏ ਪੜ ਪੜ ਪਾਵੇ ਮਾਨ, ਸੁਣੀਏ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਇਹ ਐਸਾ ਮਾਰਗ ਹੈ ਭਾਈ, ਇਹ ਆਤਮ ਗਿਆਨ ਹੈ, ਆਤਮ ਮਾਰਗ ਹੈ। ਇਹ ਜਿਹੜਾ ਮਾਰਗ ਹੈ ਗੁਰਮਤਿ ਮਾਰਗ, ਗਿਆਨੀਆਂ ਦਾ ਮਾਰਗ, ਇਹ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਹੈਗਾ। ਇੱਥੋਂ ਆਪਾਂ ਬਾਣੀ 'ਚੋਂ ਗੁਰ ਉਪਦੇਸ਼ ਰਾਹੀਂ ਅਕਲ ਲੈਣੀ ਹੈ, ਆਪਣੀ ਅਕਲ ਛੱਡਣੀ ਹੈ। ਜਦ ਤੱਕ ਅਸੀਂ ਆਪਦੀ ਮੱਤ ਨਾਲ ਚੱਲਦੇ ਹਾਂ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ, ਗੁਰ ਕੇ ਭਾਣੇ ਜੋ ਚੱਲੇ ਭਾਈ, ਬੋਹਿਥ ਬੈਠਾ ਆਏ। ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਜਸ ਨਾਵ ਚੜ੍ਹੇ ਪਾਰ ਉਤਾਰੇ। ਜਸ ਕਰਨਾ ਹੈ, ਉਹ ਜਸ ਦੇ ਵਿੱਚ ਹੀ ਆਤਮਾ ਨੇ ਵਹਿਣਾ ਵਾ। ਉਹੀ ਨਾਵ ਆ, ਜਿਵੇਂ ਪਾਣੀ ਆਪਾਂ ਦਰਿਆ ਪਾਰ ਕਰ ਜਾਂਦੇ, ਨਾਵ 'ਚ ਬਹਿ ਕੇ ਨਾਵ ਛੱਡ ਦਿੰਦੇ ਹਾਂ। ਇਵੇਂ ਸਰੀਰ ਆਪਾਂ ਛੱਡ ਦੇਣਾ ਵਾ, ਪਰ ਆਪਣੀ ਮੱਤ ਦਾ ਵਿਸ਼ਾ ਨਹੀਂ ਹੈਗਾ। ਇਹ ਆਪਾਂ ਕਮਾਈ ਕਰਨੀ ਹੈ ਗੁਰ ਸ਼ਬਦ ਦੀ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਸੁਣੀਐ। ਇਹ 10 ਪੌੜੀਆਂ ਸੁਣੀਏ ਦੀਆਂ ਸਤਿਗੁਰਾਂ ਨੇ ਪ੍ਰਚਲਿਤ ਮੱਤਾਂ ਜੋ ਪਿੱਛੇ ਚੱਲਦੀਆਂ ਸੀ ਉਹਨਾਂ ਬਾਰੇ ਵੀ ਆਪਾਂ ਨੂੰ ਨਕਸ਼ਾ ਦਿਖਾਇਆ। ਉਹ ਆਪਾਂ ਕਰ ਆਏ ਸਾਰਾ ਕੁਛ। ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੈ, ਗੁਰੂ ਘਰ ਜਾਂਦੇ ਹਾਂ, ਬਾਣੀ ਵਿਚਾਰ ਸੁਣਦੇ ਹਾਂ, ਅਤੇ ਇਦੂ ਗਾਂਹ ਅਵਸਥਾ ਨਹੀਂ ਕੋਈ ਹੈਗੀ। ਇਦੂ ਗਾਂਹ ਤਾਂ ਆਤਮਾ ਦਾ ਸਫ਼ਰ ਸ਼ੁਰੂ ਹੋਣਾ ਹੈ। ਆਤਮਿਕ ਸਫ਼ਰ ਉਦੋਂ ਸ਼ੁਰੂ ਹੋਊਗਾ ਜਦੋਂ ਗੁਰੂ ਦੇ ਭਾਣੇ ਚੱਲਾਂਗੇ ਅਸੀਂ। ਸੁਣੀ ਐ ਜਿਹਨੇ ਸਮਝ ਲਈ ਹੈ। ਸਤ ਸੰਤੋਖ ਗਿਆਨ, ਸਤ ਤੋਂ ਭਾਵ ਸੱਚ। ਸੱਚ ਦੇ ਗਿਆਨ ਨਾਲ ਫਿਰ ਇਹਨੂੰ ਸੰਤੋਖ ਪੈਦਾ ਹੁੰਦਾ ਸਾਡੇ ਅੰਦਰ। ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਸੁਪਨੇ ਵਾਂਗੂ ਸਾਡੇ ਜੀਵਨ ਇਹ ਵੀ ਨਿਕਲ ਜਾਂਦਾ ਹੈ। ਸੰਤੋਖ ਤੋਂ ਬਿਨਾਂ ਮਨ ਟਿਕਦਾ ਨਹੀਂ ਹੈਗਾ। ਪਰ ਸਤਿਗੁਰ ਸਮਝਾ ਰਹੇ ਨੇ ਇੱਥੇ ਆਪਾਂ ਨੂੰ, ਸੁਣੀਏ ਸਤ ਸੰਤੋਖ ਗਿਆਨ। ਜੀ ਨੇ ਸੁਣੀ ਹੈ ਧਿਆਨ ਨਾਲ ਬਾਣੀ, ਕਿਉਂਕਿ ਇਹਦਾ ਜਿਹੜਾ ਵਿਸ਼ਾ ਹੈ, ਵਿਧੀ ਹੈ, ਸੁਣਨ ਦੀ ਹੈ ਭਾਈ। ਇਹ ਆਇਆ ਸੁਣ ਪੜ੍ਹਨ ਕੋ ਬਾਣੀ। ਸਤਿਗੁਰਾਂ ਦੇ ਵਚਨ ਨੇ, ਵਚਨ ਤੋਂ ਬਾਹਰ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਭਾਈ। ਸਾਡੀ ਇੰਨੀ ਬੁੱਧ ਬਲ ਕਿੱਥੇ ਅਸੀਂ ਸਤਿਗੁਰਾਂ ਦੇ ਅੱਗੇ ਕੋਈ ਹੋਰ ਪੇਸ਼ ਕਰੀਏ, ਆਪਦੀ ਮੱਤ ਪੇਸ਼ ਕਰੀਏ। ਸਤਿਗੁਰ ਕੀ ਮੱਤ ਲੈਣੀ ਆਪਾਂ, ਫਿਰ ਆਪਾਂ ਪਾਰ ਨਿਕਲਣਾ ਵਾ। ਸੁਣਨ ਦੀ ਵਿਧੀ ਹੈ ਭਾਈ। ਉਹੀ ਸਤਿਗੁਰ ਸਮਝਾਉਂਦੇ ਨੇ, ਸੁਣੀਏ ਸਤ ਸੰਤੋਖ ਗਿਆਨ। ਜਿਹਨਾਂ ਨੇ ਸੱਚ ਨੂੰ ਸਮਝ ਲਿਆ, ਜਿਹਨੂੰ ਸੱਚ ਦਾ ਗਿਆਨ ਹੋ ਗਿਆ, ਉਹਨੂੰ ਸੰਤੋਖ ਆਇਆ ਵਾ। ਆਤਮਾ ਦਾ ਤੀਰਥ ਹੈ। ਅਸੀਂ ਸਰੀਰ ਕਰਕੇ ਤੀਰਥ ਕਰਦੇ ਹਾਂ, ਉਹ ਸਰੀਰ ਕਰਕੇ ਨਹੀਂ, ਆਤਮਾ ਦਾ ਤੀਰਥ ਹੈ।
ਅਟ ਸਟੀ ਜਾਂਦੀ ਹੈ, ਆਤਮਾ ਆਪਦੇ ਮੂਲ 'ਚ ਲੈ ਹੋ ਜਾਂਦੀ ਹੈ। ਉਹੀ ਰਾਮ ਸਰੋਵਰ ਹੈ। ਨਾਮ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਕਿਵੇਂ ਪ੍ਰਾਪਤੀ ਹੋਊ ਸਾਨੂੰ ਆ ਜੀ? ਇਹਨੂੰ ਸੁਣਾਂਗੇ ਅਸੀਂ, ਫਿਰ ਆਪਾਂ ਨੂੰ ਇਹ ਦੋ ਪਦਾਰਥ ਮਿਲ ਜਾਂਦੇ ਨੇ। ਫਿਰ ਸੱਚ ਹੀ ਦਿਖਣ ਲੱਗ ਜਾਂਦਾ ਆਪਾਂ ਨੂੰ। ਉਹੀ ਅਵਸਥਾ 'ਚ ਤਾਂ ਭਗਤ ਗੁਰੂ ਸਾਹਿਬਾਨਾਂ ਨੇ ਬਾਣੀ ਰਚੀ ਹੈ ਭਾਈ, ਉੱਥੇ ਜਾ ਕੇ ਆਪਾਂ ਨੂੰ ਸਮਝ ਆਉਣੀ ਹੈ। ਪਰ ਸਾਨੂੰ ਸੰਤੋਖ ਹੀ ਨਹੀਂ ਆਇਆ। ਗਿਆਨ ਤੋਂ ਬਾਅਦ ਸੰਤੋਖ ਆਉਣਾ ਹੈ। ਹਾਲੇ ਸਾਨੂੰ ਗਿਆਨ ਨਹੀਂ ਹੋਇਆ। ਗਿਆਨ ਜਿਹੜਾ ਅਸੀਂ ਆਪਦੇ ਆਪ ਮੰਨੀ ਬੈਠੇ ਹਾਂ, ਉਹ ਸਾਡੀ ਆਪਣੀ ਹਉਮੈ ਦਾ ਵਿਸ਼ਾ ਹੈ। ਪਿੱਛੇ ਵੀ ਆਪਾਂ ਵਿਚਾਰਿਆ, ਜੋ ਵੀ ਅਸੀਂ ਧਰਮ ਕਰਮ ਕਰਦੇ ਹਾਂ ਉਹ 'ਚੋਂ ਹਉਮੈ ਪੈਦਾ ਹੁੰਦੀ ਹੈ, ਹੰਕਾਰ ਪੈਦਾ ਹੋ ਜਾਂਦਾ। ਜੋ ਵੀ ਕਰਦੇ ਹਾਂ, ਜਿਨ੍ਹਾਂ ਨੇ ਧਿਆਨ ਨਾਲ ਸੁਣੀ ਉਹ ਸੱਚ ਨਾਲ ਜੁੜ ਗਏ, ਸੱਚ ਦਾ ਗਿਆਨ ਹੋ ਗਿਆ ਉਹਨਾਂ ਨੂੰ ਸੰਤੋਖ ਆ ਗਿਆ। ਇਹ ਦੋ ਪਦਾਰਥਾਂ ਤੱਕ ਆਪਾਂ ਪਹੁੰਚਣਾ ਵਾ। ਉਦੋਂ ਬਾਅਦ ਫਿਰ ਇਹ ਆਪਣੀ ਭਗਤੀ ਸ਼ੁਰੂ ਹੋਣੀ ਹੈ ਨਾਮ ਦੀ। ਸੰਤੋਖ ਤੋਂ ਬਾਅਦ ਫਿਰ ਦੇਵਲੋਕ ਚਲੇ ਜਾਂਦੇ ਨੇ। ਮਨ ਜੀਤੇ ਜਗ ਜੀਤ ਬੁੱਧੀ ਸੂਝਬੰਨ ਹੋ ਜਾਂਦੀ ਹੈ, ਮੱਤ ਲੈ ਲੈਂਦੀ ਹੈ। ਅਕਲਗਤ ਗੁਰ ਤੇ ਜਾਣੀ, ਫਿਰ ਮਨ ਵੇਚੇ ਸਤਿਗੁਰ ਕੇ ਪਾਸ, ਸਤਿਗੁਰ ਦੇ ਚਰਨਾਂ 'ਚ ਲੈ ਜਾਂਦੀ ਹੈ। ਭਾਵ ਮਨ ਕੀ ਇੱਛਾ, ਜਦੋਂ ਇੱਛਾ ਦਾ ਤਿਆਗ ਹੋ ਗਿਆ, ਸਮਝ ਲਓ ਇੱਛਾ ਘਟਣ ਲੱਗ ਗਈਆਂ, ਸਮਝ ਲਓ ਤੁਹਾਡੇ 'ਤੇ ਕਿਰਪਾ ਰਹਿਮਤ ਹੋ ਗਈ। ਇਹ ਮਨ ਚੁੱਪ ਕਰ ਗਿਆ, ਸੰਤੋਖ ਚਲਿਆ ਗਿਆ, ਦੋ ਪਦਾਰਥ ਤੁਹਾਡੀ ਝੋਲੀ 'ਚ ਪੈ ਗਏ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੀ। ਇਹ ਸਾਜਨਾ ਦੀ ਬਾਣੀ ਹੈ। ਫਿਰ ਸੇਵਾ ਸ਼ੁਰੂ ਹੋਣੀ ਹੈ। ਸੇਵਕ ਕੋ ਸੇਵਾ ਬਣਨਾ, ਇਹ ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲੇ। ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝ ਲਈਏ। ਸੁਣੀਏ ਸਤ ਸੰਤੋਖ ਗਿਆਨ, ਸੁਣੀਏ 68 ਕਾ ਇਸਨਾਨ, ਸੁਣੀਏ ਪੜ੍ਹ ਪਾਵੇ ਮਾਨ। ਫਿਰ ਦਰਗਾਹ 'ਚ ਇਹਨੂੰ ਮਾਨਤਾ ਮਿਲਦੀ ਹੈ। ਦਰਗਾਹ ਪਹੁੰਚ ਜਾਂਦਾ, ਆਪਦੇ ਘਰ ਪਹੁੰਚ ਜਾਂਦਾ। ਘਰ ਜਾ ਕੇ ਇੱਜ਼ਤ ਮਿਲੂਗੀ। ਇੱਥੇ ਤਾਂ ਕੀ ਹੈ, ਤਾਂ ਕਾਲ ਦਾ ਤਮਾਸ਼ਾ ਹੈ ਭਾਈ। ਕਾਲ ਨੇ ਫੜ ਕੇ ਲੈ ਜਾਣਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆ। ਸੁਣੀਏ ਲਾਗੇ ਸਹਿਜ ਧਿਆਨ, ਸਹਿਜ ਦੁਨੀਆ ਚਲੇ ਜਾਂਦੇ ਹਾਂ ਅਸੀਂ। ਫਿਰ ਧਿਆਨ ਲੱਗਦਾ ਹੈ। ਜਿਹੜਾ ਸਾਨੂੰ ਗਿਆਨ ਮਿਲਿਆ ਸੀ, ਫਿਰ ਉਹੀ ਧਿਆਨ ਬਣ ਗਿਆ ਆਪਣਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ। ਕੀਤੀ ਛੋਟੀ ਨਾਲ ਮੁੱਖ ਉਜਲ ਹੋ ਗਿਆ, ਇਹਨਾਂ ਨੂੰ ਦਿਖਣ ਲੱਗ ਗਿਆ। 3 ਲੋਕਾਂ ਦਾ ਗਿਆਨ ਹੋ ਗਿਆ, ਉਹਨਾਂ ਨੂੰ ਮਾਇਆ ਪਾਰ ਕਰ ਗਏ ਉਹ। ਇਹ ਦੋ ਪਦਾਰਥਾਂ ਨਾਲ ਆਪਾਂ ਮਾਇਆ ਪਾਰ ਕਰਨੀ ਹੈ। ਤੀਜਾ ਜਿਹੜਾ ਹੈਗਾ ਵਾ ਉਹ ਭਗਤੀ ਹੈ ਆਪਣੀ। ਫਿਰ ਆਪਾਂ ਨੂੰ ਨਾਮ ਦਾ ਦਰਸ਼ਨ ਹੋਣਾ, ਜਿਹਨੂੰ ਬਾਣੀ ਵਿੱਚ ਹੁਕਮ ਕਰਕੇ ਕਿਹਾ ਵਾ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਨਾਮੇ ਉਤਪਤ ਨਾਮੇ ਹੀ ਪਰ ਲੋ। ਹੁਕਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਹੁਕਮ ਨਾਲ ਸਮਾਪਤ ਹੁੰਦੀ। ਉਹੀ ਤਾਂ ਨਾਮ ਹੈ ਭਾਈ, ਉਹੀ ਤਾਂ ਨਾਦ ਹੈ। ਉਹਦੀ ਖਾਤਰ ਤਾਂ ਆਪਾਂ ਨੂੰ ਜੀਵਨ ਮਿਲਿਆ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀਏ ਉਤਰੇ ਮਨ ਕੀ ਭੁੱਖ। ਅਸੀਂ ਜਿਹੜਾ ਮੰਗਦੇ ਹਾਂ, ਦੁੱਖ ਮੰਗਦੇ ਹਾਂ, ਸਾਡੀ ਮੱਤ ਨਾਲ ਦੁੱਖ ਹੀ ਪੈਦਾ ਹੁੰਦੇ ਆ। ਮਨ ਦੀ ਭੁੱਖ ਕੀ ਹੈ? ਨਾਮ। ਉਹ ਹੁਕਮ ਨੂੰ ਪ੍ਰਾਪਤ ਕਰਨਾ, ਦਰਸ਼ਨ ਕਰਨਾ ਹੈ। ਹੁਕਮ ਦੇ ਨੇੜੇ ਹੋਣਾ। ਕਿਵੇਂ ਨੇੜੇ ਹੋਵਾਂਗੇ? ਜਿਵੇਂ ਜਿਵੇਂ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲੀ ਜਾਂਦੇ, ਗਿਆਨ ਵੱਧਦਾ ਚਲਿਆ ਜਾਂਦਾ। ਸਾਨੂੰ ਐਂ ਹੀ ਪਤਾ ਲੱਗਦਾ ਅਸੀਂ ਆਪਦੇ ਘਰ ਪਹੁੰਚ ਜਾਂਦੇ ਹਾਂ, ਧਿਆਨ ਦੀ ਦੁਨੀਆ 'ਚ। ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਇੱਥੇ ਅਸੀਂ ਭਗਤੀ ਕਰੀ ਜਾਂਦੇ। ਜਿੰਨੀਆਂ ਭਗਤੀ ਅਸੀਂ ਕਰਦੇ ਹਾਂ ਸਰੀਰ ਕਰਕੇ, ਉਹ ਸਾਰੇ ਭਾਈ ਹਟ ਯੋਗ ਤਪ ਯੋਗ। ਉਹਨਾਂ 'ਚ ਕੀ ਪੈਦਾ ਹੁੰਦਾ? ਹੰਕਾਰ। ਅਨਕ ਤਪੱਸਿਆ ਕਰੇ ਹੰਕਾਰ। ਹਾਂ, ਸੰਸਾਰ ਪ੍ਰਭਾਵਿਤ ਹੋ ਜਾਂਦਾ। ਲੋਕ ਮੰਨਣ ਲੱਗ ਜਾਂਦੇ, ਬਾਬਾ ਬਹੁਤ ਪਹੁੰਚਿਆ ਹੋਇਆ, ਬੜਾ ਕਰਨੀ ਵਾਲਾ ਹੈ। ਉਹ ਕਾਹਨੂੰ ਭਾਈ? ਇਹ ਤਾਂ ਕਾਲ ਦਾ ਤਮਾਸ਼ਾ ਵਾ। ਫਿਰ ਅਸੀਂ ਆਪਦੇ ਦੇਵਲੋਕ ਦਰਗਾਹ 'ਚ ਪਹੁੰਚ ਜਾਂਦੇ ਹਾਂ। ਸੁਣੀਏ ਪੜ੍ਹ ਪਾਵੇ ਮਾਨ, ਸੁਣੀਏ ਲਾਗੇ ਸਹਿਜ ਧਿਆਨ। ਫਿਰ ਧਿਆਨ ਲੱਗਦਾ ਹੈ। ਉਹ ਫਿਰ ਧਿਆਨ ਨਾਲ ਬਾਣੀ ਸਮਝ ਆਉਂਦੀ ਹੈ। ਧਿਆਨ ਨਾਲ ਹੀ ਜਸ ਕਰਿਆ ਜਾਂਦਾ ਵਾ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਇਹਨੂੰ ਸੁਣਨ ਨਾਲ ਹੀ ਸਾਡੇ ਦੁੱਖ ਦੁੱਖ ਸਾਗਰ 'ਚੋਂ ਛੁਟਕਾਰਾ ਹੋ ਜਾਂਦਾ ਸਾਡਾ। ਜੇ ਅਸੀਂ ਫਿਰ ਵੀ ਨਾ ਸੁਣੀਏ, ਕਿੱਡੇ ਅਭਾਗੇ ਹਾਂ, ਕਿੱਡੇ ਪਾਪੀ ਹਾਂ ਅਸੀਂ। ਐਡੇ ਵੱਡੇ ਗੁਰੂ ਨੂੰ ਉਪਦੇਸ਼ ਕਰਦੇ ਹਾਂ, ਜਿਹਨੇ ਸ੍ਰਿਸ਼ਟੀ ਨੂੰ ਤਾਰਿਆ, ਸਾਰੇ ਵਰਨਾਂ ਨੂੰ ਸਮਝਾਇਆ, ਸਾਰਿਆਂ ਨੂੰ ਪ੍ਰੇਰਿਆ ਅੱਗੇ ਚੱਲਣਾ ਭਾਈ। ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਮੈਂ ਖਾਲਕ ਪੂਰ ਰਿਓ ਸਭ ਠਾਈ। ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲੇ। ਅਸੀਂ ਉਹ ਗੁਰੂ ਨੂੰ ਉਪਦੇਸ਼ ਕਰਦੇ ਹਾਂ ਜਿਹਨੇ ਸ੍ਰਿਸ਼ਟੀ ਨੂੰ ਤਾਰਿਆ। ਔਰ ਸਾਡੇ ਕੋਲੇ ਪ੍ਰਗਟ ਰੂਪ ਗ੍ਰੰਥ ਸਾਹਿਬ ਹੈ। ਗੁਰੂ ਘਰਾਂ 'ਚ ਵੀ ਕਿਤੇ ਵੀ ਜਾਈਏ ਆਪਾਂ, ਗੁਰਬਾਣੀ ਦੀ ਵਿਚਾਰ ਹੁੰਦੀ ਆ, ਧਿਆਨ ਰੱਖਣਾ ਵਾ ਆਪਣਾ। ਗੁਰੂ ਘਰਾਂ 'ਚ ਸਤਿਗੁਰਾਂ ਦਾ ਪ੍ਰਚਾਰ ਜਿੰਨਾ ਹੋਵੇ, ਉਹੀ ਗੁਰੂ ਕੇ ਪਿਆਰੇ ਨੇ। ਪਰ ਅਸੀਂ ਆਪਾਂ ਪਾਰ ਨਿਕਲਣਾ ਵਾ। ਕਿਵੇਂ ਪਾਰ ਨਿਕਲਾਂਗੇ? ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਜੇ ਗੁਰ ਸ਼ਬਦ ਦੀ ਵਿਚਾਰ ਹੋ ਗੁਰੂ ਘਰਾਂ 'ਚ, ਧਾਰਮਿਕ ਸਮਾਗਮ 'ਤੇ, ਤਾਂ ਫੇਰ ਹੀ ਆਪਾਂ ਪਾਰ ਨਿਕਲਾਂਗੇ।
ਫਿਰ ਹੀ ਸਮਝ ਆਊਗੀ ਸੰਤੋਖ ਕੀ ਹੈ। ਸਤਿਗੁਰਾਂ ਨੇ ਤਾਂ ਆਪਾਂ ਨੂੰ ਸਮਝਾਤਾ, ਸੇਵ ਕੀਤੀ ਸੰਤੋਖੀ। ਕੌਣ ਨੇ ਸੰਤੋਖੀ? ਫਿਰ ਜਿਨ੍ਹਾਂ ਦਾ ਮਾਇਆ ਤੋਂ ਤਿਆਗ ਹੋ ਗਿਆ। ਰਜਗੁਣ ਸਤਗੁਣ ਤਮਗੁਣ ਕਹੀਏ, ਇਹ ਸਭ ਤੇਰੀ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ ਤਿਨ ਹੀ ਪਰਮ ਪਦ ਪਾਇਆ। ਇਹ ਪਰਮ ਪਦ ਦੀ ਭਾਵ ਮਾਇਆ ਤੋਂ ਪਰੇ ਹੈ। ਇਹ ਪਰਮ ਗਤੀ ਹੋਣੀ ਹੈ। ਪਹਿਲਾਂ ਸੀ ਮਲੀਨ ਹੈ, ਮਨ ਧੋਵੋ ਗੁਰ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ। ਬਾਣੀ ਨਾਲ ਜੁੜੇ ਰਹਿਣਾ ਹਰ ਕਥਾ ਨਾਲ, ਫਿਰ ਮਨ ਸ਼ੁੱਧ ਹੁੰਦਾ ਹੈ। ਫਿਰ ਮਨ ਬੁੱਧੀ ਆਪਦੇ ਮੂਲ ਹਰ ਚ ਲਾਏ ਹੁੰਦੇ ਨੇ। ਪਵਿੱਤਰ 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 ਪਨੀਤ, ਪਹਿਲਾਂ ਸ਼ੁੱਧ ਥੋੜ੍ਹਾ ਬਹੁਤ, ਫਿਰ ਹੋਰ ਤਿੰਨ ਗੇਰੀ ਪਵਿੱਤਰ ਪਵਿੱਤਰ ਆਇਆ। ਫਿਰ ਇਹ ਪਨੀਤ ਅਵਸਥਾ ਚਲੇ ਜਾਂਦਾ। ਪਨੀਤ ਕਦੋਂ ਹੁੰਦਾ? ਜਦੋਂ ਇਹਨੂੰ ਹੁਕਮ ਸੁਣਦਾ। ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਵਟਾਈ। ਉਹੀ ਤਾਂ ਆਪਣੇ ਅੰਦਰ ਹੈ, ਸਰੀਰ 'ਚ ਨਹੀਂ। ਮਨ ਮਹਿ ਆਪ, ਇਹ ਸਰੀਰ 'ਚ ਨਹੀਂ ਹੁੰਦਾ। ਮਨ ਮਹਿ ਆਪ, ਮਨ ਕਿੱਥੇ? ਸਾਨੂੰ ਤਾਂ ਮਨ ਦਾ ਹੀ ਗਿਆਨ ਨਹੀਂ ਹੈਗਾ। ਇਹ ਐਸਾ ਵਿਕਾਸ ਮਾਰਗ ਹੈ। ਇਹ ਜਿਹੜੇ ਗੁਰਸਿੱਖ ਕਮਾਈ ਕਰਦੇ ਨੇ ਉਹ ਪਹੁੰਚਦੇ ਨੇ ਭਾਈ ਉੱਥੇ। ਫਿਰ ਉਹ ਜਸ ਕਰਦੇ ਨੇ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਸੱਚ ਨੇ ਧਿਆਨ ਲੱਗਿਆ ਹੋਇਆ, ਸੱਚ ਦਾ ਹੀ ਜਸ ਕਰਦੇ ਨੇ। ਇਹੀ ਤਾਂ ਨਿਸ਼ਾਨੀ ਹੈ ਉਹਨਾਂ ਗੁਰਸਿੱਖਾਂ ਦੀ। ਸਾਰਿਆਂ ਨੂੰ ਪ੍ਰੇਰਦੇ ਨੇ ਭਾਈ, ਗੁਰੂ ਨਾਲ ਜੋੜਦੇ ਨੇ। ਆਪ ਜਪੇ ਅਵਰੇ ਨਾਮ ਚ ਪਾਵੇ, ਉਹੀ ਤਾਂ ਹਰ ਜਨ ਨੇ ਭਾਈ। ਉਹੀ ਤਾਂ ਭਗਤ ਜਨ ਨੇ, ਉਹੀ ਸੰਤ ਜਨ ਨੇ। ਧੰਨ ਧੰਨ ਜਨ ਆਇਆ ਜਿਹ ਪ੍ਰਸਾਦ, ਸਭ ਜਗਤ ਤਰਾਇਆ। ਉਹੀ ਤਾਂ ਗੁਰਸਿੱਖ ਨੇ ਭਾਈ। ਜਨ ਆਵਨ ਕਾਹਿਓ ਸੋ ਆਓ, ਜਨ ਕੇ ਸੰਗ ਚਿੱਤ ਆਵੇ ਨਾ। ਕਿਤੇ ਵੀ ਜਾਂਦੇ ਉਹਨਾਂ ਦਾ ਇਹੀ ਮਨੋਰਥ ਹੁੰਦਾ, ਸੰਗਤ ਗੁਰੂ ਨਾਲ ਜੁੜ ਜਾਵੇ। ਕਿਉਂ? ਗੁਰੂ ਤੋਂ ਜੁੜੇ ਬਿਨਾਂ ਆਪਾਂ ਨੂੰ ਕਾਲ ਹੀ ਨਹੀਂ ਛੱਡਣਾ ਹੈਗਾ। ਇੱਥੇ ਆਪਾਂ ਸੰਤੋਖ ਤੱਕ ਅਵਸਥਾ ਸਮਝੀਆਂ ਨੇ। ਦੋ ਪਦਾਰਥ ਆਪਾਂ ਨੂੰ ਪ੍ਰਾਪਤ ਹੋ ਜਾਂਦੇ ਨੇ, ਗਿਆਨ, ਮੁਕਤੀ। ਮੁਕਤੀ ਤੋਂ ਭਾਵ ਸੰਤੋਖ। ਮਨ ਟਿਕ ਜਾਂਦਾ ਹੈ। ਥਿਰ ਕਰ ਵੈਸੋ ਹਰ ਜਨ ਪਿਆਰੇ, ਹਰੀ ਦਾ ਪਿਆਰਾ ਹੋ ਜਾਂਦਾ ਹੈ। ਸਤਿਗੁਰ ਤੁਮਰੇ ਕਾਜ ਸਵਾਰੇ, ਫਿਰ ਅਗਲਾ ਕਾਜ ਸਤਿਗੁਰ ਦਾ ਹੈ। ਸਤਿਗੁਰ 'ਤੇ ਨਾਮ ਪਾਇਆ ਜਾਵੇ, ਉਹ ਸਾਰਾ ਫਿਰ ਅਗਲਾ ਖੇਲ। ਜਿਵੇਂ ਜਿਵੇਂ ਗੁਰਸ਼ਬਦ ਦੀ ਵਿਚਾਰ ਆਪਾਂ ਨੂੰ ਆਊਗੀ, ਉਹਦੇ ਨਾਲ ਨਾਲ ਵਿਚਾਰਨ 'ਚ ਹੀ ਫਾਇਦਾ ਆਪਾਂ ਨੂੰ। ਉਹੀ ਫਿਰ ਸਮਝ ਆਉਂਦੀ ਹੈ। ਇੱਥੇ ਆਪਾਂ ਨੂੰ ਜੋ ਸਮਝਾ ਰਿਹਾ ਆਪਾਂ ਉਹਨੂੰ ਹੀ ਵਿਚਾਰੀਏ। ਜਿਨੀ ਸੱਚੋ ਸੱਚ ਧਿਆਇਆ, ਫਿਰ ਸੱਚ ਨਾਲ ਧਿਆਨ ਫਿਰ ਲੱਗਦਾ। ਸਾਰੇ ਕਹਿੰਦੇ ਆ ਧਿਆਨ ਨਹੀਂ ਲੱਗਦਾ, ਮਨ ਨਹੀਂ ਟਿਕਦਾ। ਉਹ ਭਾਈ ਮਨ ਤਾਂ ਟਿਕੂ ਜੇ ਗੁਰੂ ਭਗਤਾਂ ਅਨੁਸਾਰ ਚੱਲਾਂਗੇ, ਗੁਰੂ ਅਨੁਸਾਰ ਹੀ ਚੱਲਾਂਗੇ, ਬਾਣੀ ਦਾ ਆਪਣਾ ਜੀਵਨ ਨੂੰ ਢਾਲਾਂਗੇ। ਮਨ ਕਿਵੇਂ ਟਿਕੂ? ਮਨ ਕੋ ਟਿਕਣ ਵਾਲੀ ਚੀਜ਼ ਹੈ। ਅੱਖਾਂ ਦੇਖਦੀਆਂ ਇੱਛਾ ਪੈਦਾ ਕਰ ਲੈਂਦੀਆਂ, ਟਿਕ ਜੂ? ਕਿੰਨੇ ਉਪਦੇਸ਼ ਨੇ ਆਪਣੇ ਕੋਲ। ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਮਨ ਦਾ ਤਾਂ ਇਹੋ ਜਿਹਾ ਸੁਭਾਅ ਆ। ਫਰੀਦਾ ਸਰਬਰ ਜਬ ਉਸਲੇ ਤਾਂ ਪੰਥ ਦਹੇਲਾ। ਜਦੋਂ ਬੁੱਧੀ ਜਵਾਬ ਦੇ ਦਿੰਦੀ, ਜਦੋਂ ਧਰਮ ਕਰਮ ਅਸੀਂ ਕਰਨ ਨੂੰ ਸੋਚਦੇ ਹਾਂ, ਜਦੋਂ ਬੁੱਧੀ ਜਵਾਬ ਦੇ ਜਾਂਦੀ ਹੈ। ਕਾਲ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆ। ਇਹ ਉਹੀ ਗੁਰਸਿੱਖ ਨੇ, ਉਹ ਸੰਤੋਖੀ ਨੇ, ਉਹ ਜਸ ਕਰ ਸਕਦੇ ਨੇ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ, ਫੇਰ ਹੀ ਜਸ ਕਰਾਂਗੇ। ਪਹਿਲਾਂ ਤਾਂ ਆਪਾਂ ਆਪਦਾ ਹੀ ਕਰਾਉਂਦੇ ਹਾਂ। ਇੰਨਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ। ਗੁਰੂ ਘਰਾਂ 'ਚ ਵੀ ਜਾਂਦੇ ਹਾਂ, ਸੇਵਾ ਕਰਦੇ ਹਾਂ, ਇੱਕ ਦੂਏ ਨੂੰ ਕਹਿ ਦਿੰਦੇ ਹਾਂ, ਐਡੀ ਕੁ ਅਵਸਥਾ ਹੁੰਦੀ ਆ ਸਾਡੀ। ਪਰ ਇਹ ਸਾਰਾ ਤਿਆਗ ਕਰਨਾ, ਚੁੱਪ ਕਰਾਉਣਾ ਮਨ ਨੂੰ। ਚੁੱਪੇ ਚੁੱਪ ਨਾ ਹੋਵੇ। ਸਤਿਗੁਰਾਂ ਨੇ ਸਮਝਾਇਆ, ਛੇਤੀ ਚੁੱਪ ਨਹੀਂ ਕਰਦਾ ਭਾਈ। ਕਿਵੇਂ ਚੁੱਪ ਕਰੂ ਫਿਰ? ਜਿਉਂ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਤੰਭਨ। ਜੇ ਮੰਦਰ ਥੰਮਾਂ 'ਤੇ ਖੜਾ ਹੈ, ਐਂ ਗੁਰ ਕਾ ਸ਼ਬਦ ਇਹਨੂੰ ਖੜਾ ਦਿੰਦਾ, ਫਿਰ ਇਹਦੇ ਵਿੱਚੋਂ ਪ੍ਰਗਟ ਹੁੰਦਾ ਹੈ। ਮਨ ਮੰਦਰ ਮੇ ਮਨਸਾ ਥੰਮ, ਜਦੋਂ ਥੰਮ ਜਾਂਦੀਆਂ ਇੱਛਾ ਸਾਡੀਆਂ, ਉਹ ਜਿਹੜਾ ਪ੍ਰਹਲਾਦ ਆ ਦਿਖਾਉਂਦੇ ਨੇ ਨਰਸਿੰਘ, ਵੀ ਉਹ ਥੰਮ 'ਚੋਂ ਪਾੜ ਕੇ ਨਿਕਲਿਆ। ਨਹੀਂ ਭਾਈ, ਉਹ ਤਾਂ ਕਹਾਣੀਆਂ ਨੇ। ਫਿਰ ਉਹ 'ਚੋਂ ਬਾਣੀ ਪ੍ਰਗਟ ਹੁੰਦੀ ਹੈ, ਉਹ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ। ਹਾਲੇ ਤਾਂ ਆਪਾਂ ਨੂੰ ਸਤਿਗੁਰ ਦੇ ਦਰਸ਼ਨੇ ਨਹੀਂ ਹੋਏ, ਸਰਗੁਣ ਸਤਿਗੁਰ ਦੇ ਸਰੂਪ ਦੇ। ਅਸੀਂ ਤਾਂ ਆਪ ਹੀ ਸਤਿਗੁਰ ਬਣੇ ਬੈਠੇ ਹਾਂ। ਸੇਵਾ ਕਿੱਥੋਂ ਆਉਣੀ ਹੈ ਭਾਈ? ਆਓ ਇਹਨੂੰ ਵਿਚਾਰੀਏ, ਸਮਝੀਏ ਸਤਿਗੁਰ ਕੀ ਸਮਝਾਉਣਾ ਚਾਹੁੰਦੇ ਨੇ। ਉਹਨਾਂ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਇਹ ਧਰਮ ਹੈ ਭਾਈ, ਇਹ ਕਮਾਈ ਕਰਨੀ ਹੈ ਆਪਾਂ। ਸੁਕਿਰਤ ਕੀ ਹੁੰਦਾ ਹੈ? ਦੁਕਿਰਤ ਕੀ ਹੁੰਦਾ ਹੈ? ਜਦੋਂ ਮਨ ਬੁੱਧੀ ਮਾਇਆ ਨਾਲ ਜੁੜੇ ਰਹਿੰਦੇ ਆ, ਦੁਕਿਰਤ ਹੈ ਭਾਈ। ਉਹ ਸਾਨੂੰ ਜੰਮਣ ਮਰਨ ਨੂੰ ਲੈ ਜਾਂਦੀ ਹੈ। ਇਹ ਸੁਕਿਰਤ ਹੈ। ਸ਼ੁਭ ਕਰਮਨ ਤੇ ਕਬੂ ਨਾ ਡਰੋ, ਇਹ ਸ਼ੁਭ ਕਰਮਨ ਹੈ ਭਾਈ। ਇਹ ਆਪਾਂ ਜਿੱਤ ਪ੍ਰਾਪਤ ਕਰਨੀ ਹੈ। ਮਨ ਤੇ ਮਨ ਜੀਤੇ ਜਗ ਜੀਤ, ਇਹ ਸ਼ੁਭ ਕਰਮ ਹੈ। ਮੰਦੇ ਪੈਰ ਕੀ ਹੈ? ਧਰਮ ਦੇ ਨਾਂ 'ਤੇ ਮਾਇਆ ਦੀ ਇੱਛਾ ਰੱਖਣੀ, ਲੋਕਾਂ ਨੂੰ ਗਲਤ ਗਾਈਡ ਕਰਨਾ, ਝੂਠ ਬੋਲਣਾ। ਸੰਤ ਕਾ ਦੋਖੀ ਸਭ ਮਿਥਿਆ ਕਹਿਤ, ਮਿਥਿਆ ਗੱਲਾਂ ਕਰਦੇ ਹਾਂ ਅਸੀਂ। ਇਹ ਤਾਂ ਸਾਰਾ ਕੁਛ ਭਾਈ ਜਿਹੜੀ ਮਾਇਆ ਦੀ ਦਾਤ ਆ, ਉਹ ਕੁਦਰਤ ਦੀ ਕਿਰਪਾ ਨਾਲ ਮਿਲਦੀ ਆ। ਆਪਾਂ ਪਿੱਛੇ ਵੀ ਵਿਚਾਰਿਆ,
ਵੱਡੀ ਵਡਿਆਈ ਪੁੱਛ ਨਾ ਦਾਤ, ਕਿਸੇ ਨੂੰ ਪੁੱਛ ਕੇ ਦਿੰਦਾ ਨਹੀਂ ਭਾਈ, ਕਿਸੇ ਨੂੰ ਪੁੱਛ ਕੇ ਲੈਂਦਾ ਨਹੀਂ। ਫਿਰ ਵੀ ਅਸੀਂ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਸਾਨੂੰ ਗਿਆਨ ਨਹੀਂ, ਤਾਂ ਨਹੀਂ ਨਾ ਮੰਨਦੇ ਹੈਗੇ। ਕਿਵੇਂ ਮੰਨੂ ਫਿਰ? ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਭਾਈ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ, ਮਨ ਟਿਕੇ ਤੋਂ ਬਿਨਾਂ ਕਾਲ ਨੇ ਨਹੀਂ ਛੱਡਣਾ। ਫਿਰ ਸੰਤੋਖ ਤੱਕ ਕਿਵੇਂ ਪਹੁੰਚਾਂਗੇ? ਸੰਤੋਖ ਤੋਂ ਬਾਅਦ ਤਾਂ ਭਗਤੀ ਸ਼ੁਰੂ ਹੋਣੀ ਹੈ, ਉਹ ਤਾਂ ਪਹਿਲੀ ਪੌੜੀ ਹੈ। ਹਾਂ, ਸੰਸਾਰ 'ਚੋਂ ਖਹਿੜਾ ਛੁੱਟ ਜਾਂਦਾ ਹੈ, ਉਹਦੀ ਕਿਰਪਾ ਰਹਿਮਤ ਹੋ ਜਾਂਦੀ ਹੈ। ਜੇ ਸੁਣ ਕੇ ਸਾਨੂੰ ਬਾਣੀ ਨੂੰ ਸੰਤੋਖ ਹੋਊਗਾ, ਫਿਰ ਇਹਨੂੰ ਕੋਈ ਤੋੜ ਨਹੀਂ ਸਕਦਾ ਹੈਗਾ, ਮਾਇਆ ਨਹੀਂ ਤੋੜ ਸਕਦੀ ਉਹਨੂੰ। ਸੰਸਾਰ ਦੇ ਵਿੱਚ ਵੀ ਸੰਤੋਖੀ ਲੋਕ ਹੁੰਦੇ ਨੇ, ਪਰ ਉਹਨਾਂ ਦਾ ਸੰਤੋਖ ਕਦੋਂ ਟੁੱਟ ਜਾਂਦਾ ਹੈ? ਜਦੋਂ ਉਹਨਾਂ ਨੂੰ ਉੱਚੀ ਪਦਵੀ ਅਸੀਂ ਦੇ ਦਿੰਦੇ ਹਾਂ, ਬਾਬਾ ਜੀ ਕਹਿਣ ਲੱਗ ਜਾਂਦੇ ਹਾਂ, ਪਹੁੰਚਿਆ ਉਹ ਕਹਿਣ ਲੱਗ ਜਾਂਦੇ ਹਾਂ, ਮਹਾਂਪੁਰਸ਼ ਕਹਿਣ ਲੱਗ ਜਾਂਦੇ ਹਾਂ, ਫਿਰ ਉਹ ਸੰਤੋਖ ਟੁੱਟ ਜਾਂਦਾ। ਬਾਬਾ ਫਰੀਦ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ। ਫਰੀਦਾ ਧਨ ਜੋਬਨ ਵਡਿਆਈਆਂ, ਗਰਭ ਜਿੰਨਾ ਅਗਾਹ ਕਰਦੀ ਹੈ ਬਾਣੀ ਸਾਨੂੰ, ਖਾਲੀ ਚਲੇ ਧਣੀਓ ਟਿੱਬੇ ਮੁਹਾ। ਐਂ ਚਲੇ ਜਾਂਦੇ ਨੇ ਉਹ ਆਪਦੇ ਆਪ ਨੂੰ ਉੱਚ ਪਦਵੀ ਕਹਾਉਣ ਵਾਲੇ, ਉੱਚੇ ਰੁਤਬੇ, ਸੰਸਾਰ ਦੀ ਵਡਿਆਈ ਦੀ ਭੁੱਖ ਵਾਲੇ, ਜਿਵੇਂ ਟਿੱਬੇ 'ਚ ਮੀਂਹ ਪੈਂਦਾ। ਫਿਰ ਆਪਾਂ ਕੀ ਕਰਾਂਗੇ? ਫਿਰ ਆਪਾਂ ਵੀ ਉੱਧਰ ਨੂੰ ਜਾਣਾ ਨਹੀਂ ਭਾਈ, ਆਪਾਂ ਗੁਰ ਕੇ ਚਰਨ ਫੜਨੇ ਨੇ। ਬਾਣੀ ਗੁਰ ਕੇ ਚਰਨ ਹੈ, ਜੋ ਗਿਆਨ ਪੈਦਾ ਹੋਊਗਾ। ਤੁਹਾਡਾ ਮਨ ਨਾ ਟਿਕੇ ਕਦੇ ਵੀ ਨਹੀਂ ਹੋ ਸਕਦਾ, ਟਿਕੂਗਾ ਆਪਦੇ ਘਰ ਪਹੁੰਚੂਗਾ। ਫਿਰ ਆਪਣੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਕਿਹਨਾਂ ਦੀ? ਜਿਹੜੇ ਸੰਤੋਖ ਚਲੇ ਜਾਂਦੇ ਨੇ। ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕੇ ਧਰਮ ਕਮਾਇਆ। ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰ ਨਾਮ ਨਾਲ ਉਹ ਲੱਗਦੇ ਨੇ, ਉਹ ਅਮਰ ਹੋ ਜਾਂਦੀਆਂ ਨੇ, ਆਤਮਾ ਆਪਦੇ ਘਰ ਚਲੀਆਂ ਜਾਂਦੀਆਂ। ਇਹ ਸ੍ਰੇਸ਼ਟ ਧਰਮ ਹੈ ਭਾਈ। ਹਰੀ ਨੂੰ ਸਮਝਣਾ। ਹਰ ਬਿਸਰ ਸਦਾ ਖੁਆਰੀ, ਹਰ ਬਿਸਰ ਤੇਰੇ ਗੁਣ ਗਲਿਆ। ਗੁਣ ਗਲ ਗਏ ਇਹਦੇ, ਨਿਰਭਉ ਨਹੀਂ, ਨਿਰਵੈਰ ਨਹੀਂ, ਕਾਲ ਤੋਂ ਮੁਕਤ ਨਹੀਂ, ਜੂਨੀ ਸਰੀਰ ਨਾਲ ਚਿੰਬੜੇ ਹੋਏ ਅਸੀਂ। ਚਾਰਾਂ ਗੁਣ ਸਾਡੇ ਕੋਲ ਕੋਈ ਗੁਣ ਨਹੀਂ ਹੈਗਾ। ਭਗਤ ਅਸੀਂ ਬਣ ਜਾਂਦੇ ਹਾਂ ਜ਼ਰੂਰ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਬਿਨ ਗੁਣ ਕੀਤੇ ਭਗਤ ਨ ਹੋਈ। ਗੁਣ ਸਾਡੇ 'ਚ ਕੋਈ ਵੀ ਹੈ ਨਹੀਂ, ਭਗਤ ਅਸੀਂ ਸਰੀਰ ਕਰਕੇ ਬਣ ਜਾਂਦੇ ਹਾਂ। ਉਹੀ ਤਾਂ ਹਉਮੈ ਆ ਭਾਈ, ਉਹੀ ਤਾਂ ਇਹਦੇ ਗਲ 'ਚ ਪਈ ਹੋਈ ਆ, ਉਹ ਕਿਵੇਂ ਲਾਊ ਫਿਰ ਇਹ? ਫਰੀਦਾ ਦਰ ਦਰ ਵੇਸੀ ਗਾਖੜੀ, ਚੱਲੇ ਦੁਨੀਆ ਭੱਤ, ਬੰਨ ਉਠਾਈ ਪੋਟਲੀ, ਕਿੱਥੇ ਬੰਜਿਆ ਕੱਤ। ਇਹ ਤਾਂ ਗਾਖੜੀ ਕਾਰ ਹੈ ਫਰੀਦਾ ਮਨਾ, ਕੰਮ ਸਾਰੇ ਦੁਨੀਆ ਵਾਲੇ ਕਰਦਾ। ਫਿਰ ਇਹ ਪੋਟਲੀ ਜਿਹੜੀ ਸਰੀਰ ਆਤਮਾ ਦੇ ਗਲ ਪੈ ਗਈ ਆ, ਇਹ ਹਉਮੈ, ਇਹ ਜਾਤ ਹੈ, ਇਹ ਜਾਤ ਸਰੀਰ ਗਲ ਪੈ ਗਿਆ, ਕਿਵੇਂ ਲਾਏਗਾ ਇਹ? ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਆਪਾਂ ਆਪਦੇ ਘਰ ਪਹੁੰਚੀਏ। ਉਹ ਜਿਹੜੇ ਸੰਤੋਖ ਚਲੇ ਜਾਂਦੇ ਨੇ, ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਉਹਨੀਆਂ ਦੁਨੀਆ ਤੋੜੇ ਬੰਧਨਾ, ਅਨਪਾਣੀ ਥੋੜਾ ਖਾਇਆ। ਦੁਨੀਆ ਦੇ ਬੰਧਨ ਕੀ ਨੇ? ਮਰਿਆਦਾ, ਸੰਸਾਰ ਦੀਆਂ ਵਡਿਆਈਆਂ, ਲਕੀਰ ਦੇ ਫਕੀਰ, ਜਿੰਨੇ ਧਰਮ ਕਰਮ ਸਾਰੇ ਕੀਤੇ, ਸਾਰਿਆਂ ਦੇ ਬੰਧਨ ਤੋੜ ਦਿੰਦੇ ਨੇ ਉਹ ਕੌਣ ਤੋੜਦੇ ਨੇ? ਸੰਤੋਖ ਵਾਲੇ। ਉਹਨੀ ਦੁਨੀਆ ਤੋੜੇ ਬੰਧਨਾ, ਅਨਪਾਣੀ ਥੋੜਾ ਖਾਇਆ। ਸਰੀਰ ਖੁਰਾਕ ਦੀ ਗੱਲ ਨਹੀਂ ਭਾਈ ਹੈਗੀ, ਉਹ ਤਾਂ ਸਾਰਿਆਂ ਨੂੰ ਹੀ ਦਿੰਦਾ ਦਾਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਬ੍ਰਹਮ ਗਿਆਨੀ ਦੀ ਅੰਸ਼ ਹੈ ਆਤਮਾ, ਉਹ ਤੋਂ ਅਲੱਗ ਹੋਈ ਹੈ। ਆਤਮਾ ਦੀ ਖੁਰਾਕ ਹੈ ਨਾਮ। ਨਾਮ ਤਤ ਸਭੀ ਸਿਰ ਜਾਪੇ, ਬਿਨ ਨਾਵੇਂ ਦੁੱਖ ਕਾਲ ਸੰਤਾਪੇ। ਜਿਹੜੀ ਸਾਨੂੰ ਕਾਲ ਦਾ ਦੁੱਖ, ਸੰਸਾਰੀ ਦੁੱਖ ਝੱਲਣੇ ਪੈਂਦੇ ਆ, ਨਾਮ ਤੋਂ ਬਿਨਾਂ ਝੱਲਣੇ ਪੈਂਦੇ ਨੇ। ਉਹ ਆਤਮ ਖੁਰਾਕ ਹੈ। ਆਤਮਾ ਦੀ ਗਤੀ ਤਾਂ ਹੋਈ ਨਹੀਂ, ਸਰੀਰ ਦੀ ਗਤੀ ਕਰੀ ਜਾਂਦੇ। ਫਿਰ ਕਿਵੇਂ ਪਾਰ ਨਿਕਲਾਂਗੇ? ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ। ਗੁਰ ਸ਼ਬਦ ਤੋਂ ਬਿਨਾਂ ਕਿਵੇਂ ਨਿਕਲਾਂਗੇ? ਉਹ ਮਾਇਆ ਤੋਂ ਪਰੇ ਹੈ। ਜਿਹੜਾ ਆਤਮਾ ਦਾ ਪ੍ਰੀਤਮ ਹੈ, ਉਹ ਤਾਂ ਮਾਇਆ ਤੋਂ ਪਰੇ ਹੈ, ਉਹ ਤਾਂ ਮਾਇਆ 'ਚ ਆਉਂਦਾ ਹੀ ਨਹੀਂ ਹੈਗਾ। ਫਿਰ ਵੀ ਅਸੀਂ ਇੱਥੇ ਲੱਭੀ ਜਾਂਦੇ ਹਾਂ। ਫਰੀਦਾ ਗੱਲੀ ਸੱਜਣ ਵੀ, ਇੱਕ ਟੁਟੇਂਦੀ ਨਾਲ ਹਾਂ, ਧੁੱਖੇ ਜਿਉਂ ਮਿਲੀ, ਤਿੰਨਾਂ ਕਾਰਨ ਮਾਂ ਪਿਰੀ। ਬੜੇ ਬੜੇ ਮਾਂ ਪਿਰੀ ਗੁਰੂ ਬਣ ਜਾਂਦੇ ਨੇ। ਫਰੀਦ ਮਨਾ ਦੇਖ ਲਾ ਆਪਣਾ ਜੀਵਨ ਕਿਹੋ ਜਿਹਾ ਹੋ ਗਿਆ। ਕਾਗਾ ਕਰਨ ਢੋਲਿਆ, ਸਗਲਾ ਖਾਇਆ ਮਾਸ, ਇਹ ਦੂਏ ਨੈਣਾ ਮਤ ਸੋ, ਫਿਰ ਦੇਖਣ ਕੀ ਆਸ। ਦੂਏ ਨੈਣ ਭਾਈ ਉਹ ਬੁੱਧੀ ਸੰਤੋਖ ਤੋਂ ਬਾਅਦ ਖੁੱਲ੍ਹਦੀ ਹੈ। ਉਹਨੂੰ ਸੂਤਕ ਦੀ ਬਿਮਾਰੀ ਹੈ, ਹਉਮੈ ਦੀ ਬਿਮਾਰੀ ਆ ਉਹਨੂੰ। ਨਾਨਕ ਸੂਤ ਕੇਵ ਨਾ ਉਤਰੇ, ਗਿਆਨ ਉਤਾਰੇ ਤੋਏ। ਕਲਪਨਾ ਰੂਪ ਮਨ ਕਾਂ ਕਲਪਨਾ ਕਰਦਾ ਰਹਿੰਦਾ ਹੈ, ਸਾਰਾ ਜੀਵਨ ਹੈ ਖਰਾਬ ਕਰਕੇ ਚੱਲਿਆ ਜਾਂਦਾ। ਜਦੋਂ ਗੁਰਸ਼ਬਦ 'ਚੋਂ ਗਿਆਨ ਹੁੰਦਾ ਹੈ, ਫਿਰ ਬੁੱਧੀ ਮਨ ਨੂੰ ਕੋਸ਼ਦੀ ਹੈ ਵੀ ਹੁਣ ਤੂੰ ਚੁੱਪ ਕਰ, ਹੁਣ ਮੈਨੂੰ ਆਸ ਹੋ ਗਈ ਅੱਲਾ ਮਿਲਣ ਦੀ। ਫਿਰ ਇਹ ਆਪਦੇ ਘਰ ਚਲੇ ਜਾਂਦੇ ਨੇ। ਸੰਤੋਖ ਤੋਂ ਬਾਅਦ ਇਹ ਭਗਤੀ ਸ਼ੁਰੂ ਹੋਣੀ ਆ ਆਪਣੀ ਭਾਈ। ਉਹਨੇ ਦੁਨੀਆ ਤੋੜੇ ਬੰਧਨਾ, ਅਨਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜੇ ਸੁਆਇਆ। ਫਿਰ ਬਖਸ਼ਿਸ਼ ਹੁੰਦੀ ਰਹਿੰਦੀ ਹੈ ਭਾਈ, ਦਾਤੇ ਦੀ ਰਹਿਮਤ ਹੁੰਦੀ ਰਹਿੰਦੀ ਹੈ, ਅਮੁੱਲ ਬਖਸ਼ਿਸ਼। ਜਦੋਂ ਮਨ ਭਾਣੇ 'ਚ ਆ ਜਾਂਦਾ ਹੈ, ਹੁਕਮ 'ਚ ਆ ਜਾਂਦਾ, ਫਿਰ ਸਾਨੂੰ ਕੋਈ ਡਰ ਨਹੀਂ ਹੈਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕੋਏ। ਫਿਰ ਅਸੀਂ ਭੈ ਤੋਂ ਰਹਿਤ ਹੋ ਜਾਂਦੇ ਹਾਂ।
ਸਾਨੂੰ ਪਹਿਲਾ ਗੁਣ ਮਿਲ ਜਾਂਦਾ, ਫਿਰ ਅਸੀਂ ਨਿਰਵੈਰ ਹੋ ਜਾਂਦੇ ਹਾਂ, ਸੰਸਾਰ ਨਾਲ ਵੀ ਸਾਡਾ ਵੈਰ ਵਿਰੋਧ ਨਹੀਂ ਰਹਿੰਦਾ, ਕਾਲ ਤੋਂ ਮੁਕਤ ਹੋ ਜਾਂਦੇ ਹਾਂ। ਅਜੂਨੀ ਸਰੀਰ ਨੂੰ ਪ੍ਰੇਮ ਨਹੀਂ ਕਰਦੇ, ਫਿਰ ਅਸੀਂ ਸਰੀਰ 'ਚ ਰਹਿੰਦੇ ਰਹਿੰਦੇ ਆਪਦੇ ਘਰ ਪਹੁੰਚ ਜਾਂਦੀ ਆ ਮਨਬੁੱਧੀ, ਸਰੀਰ 'ਚ ਰਹਿੰਦੇ ਰਹਿੰਦੇ ਆਪਦੇ ਘਰ ਪਹੁੰਚ ਜਾਂਦੇ। ਰੋਜ਼ ਸਲੋਕ ਪੜ੍ਹਦੇ ਹਾਂ ਆਪਾਂ, ਜਿਨੀ ਨਾਮ ਤੇ ਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿਗੁਰ ਸਮਝਾਉਂਦੇ ਐਸੇ ਗੁਰਸਿੱਖਾਂ ਦਾ ਕਿੰਨੇ ਹੋਰ ਨਿਕਲ ਜਾਂਦੇ ਆ ਭਾਈ। ਇਹ ਸੰਤੋਖ ਦੀ ਅਵਸਥਾ ਉਹੀ ਜਸ ਕਰ ਸਕਦੇ ਨੇ। ਆਪਾਂ ਨੂੰ ਕਦੋਂ ਪ੍ਰਾਪਤ ਹੋਊਗੀ ਭਾਈ? ਜੇ ਆਪਾਂ ਨਦੀਆਂ ਪਵੈ ਸਮੁੰਦਰ ਨਾ ਜਾਣੀਆਂ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਰਹਾਂਗੇ। ਜਿਵੇਂ ਨਦੀਆਂ ਨਾਲੇ ਸਮੁੰਦਰ ਦਾ ਰੂਪ ਹੋ ਜਾਂਦੇ, ਆਪਾਂ ਵੀ ਗੁਰਸਿੱਖ ਹੋ ਜਾਵਾਂਗੇ, ਗੁਰੂ ਕੇ ਸਿੱਖ ਹੋ ਜਾਵਾਂਗੇ। ਇਹ ਸਿੱਖੀ ਮਾਰਗ ਹੈ ਭਾਈ, ਇਹ ਸੂਖਮ ਮਾਰਗ ਹੈ। ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹੋ ਮਨ ਤਨ ਤਰਪੀਏ। ਇਹਨੂੰ ਵਿਚਾਰਦੇ ਰਹਿਣਾ, ਇਹ 'ਚੋਂ ਆਤਮਾ ਦੀ ਖੁਰਾਕ ਪੈਦਾ ਹੁੰਦੀ ਹੈ। ਉਹੀ ਤਾਂ ਗਿਆਨ ਹੈ। ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ। ਰੋਜ਼ ਵਿਚਾਰ ਕਰਦੇ ਹਾਂ ਅਸੀਂ, ਵੱਧਦਾ ਚਲਿਆ ਜਾਂਦਾ, ਵੱਧਦਾ ਚਲੇ ਜਾਂਦਾ। ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵੈ। ਬਾਣੀ ਸਾਨੂੰ ਪੁਕਾਰ ਪੁਕਾਰ ਕੇ ਕਹਿ ਰਹੀ ਹੈ, ਮਨ ਪਰਦੇਸੀਆ ਆਓ ਘਰੇ। ਕਿੰਨਾ ਚਿਰ ਇੱਥੇ ਰਹਾਂਗੇ ਭਾਈ? ਇਹ ਮ੍ਰਿਤ ਲੋਕ ਆ, ਛੱਡਣਾ ਪੈਣਾ ਸਾਨੂੰ। ਗੋਰ ਨਿਵਾਣੀ ਸੰਢ ਕਰੇ ਘਰਿਆਂ ਕਰ ਆਓ, ਸਰ ਪਰ ਇੱਥੇ ਆਵਣਾ ਮਰਨੋਂ ਨਾ ਡਰਿਆ। ਇਹ ਫਰੀਦ ਮਨਾ, ਮਰਨੋਂ ਕਿਉਂ ਡਰਦਾ? ਜੇ ਤੂੰ ਅੱਲਾ ਦੀ ਭਗਤੀ ਨਹੀਂ ਕਰੇਂਗਾ ਫਿਰ ਕਿਹੜਾ ਤੈਨੂੰ ਛੱਡ ਦੇਣਗੇ। ਆਪਾਂ ਆਪਦੇ ਘਰ ਪਹੁੰਚਣਾ ਕਿਵੇਂ? ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ, ਜਿਵੇਂ ਨਦੀਆਂ ਨਾਲੇ ਸਮੁੰਦਰ ਤੱਕ ਪਹੁੰਚ ਜਾਂਦੇ ਨੇ। ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ। ਇਹ ਜਸ ਕਰਦੇ ਕਰਦੇ ਉਹ ਗੁਰਸਿੱਖ ਜਿਹਦੀ ਪ੍ਰਾਪਤੀ ਕਿਸੇ ਵਿਧੀ ਨਾਲ ਨਹੀਂ ਸੀ, ਉਹ ਵੱਡੇ ਨੂੰ ਪਾ ਲੈਂਦੇ ਨੇ, ਉਹ 'ਚ ਲੈ ਹੋ ਜਾਂਦੇ ਨੇ। ਉਹ ਤੀਜਾ ਪਦਾਰਥ ਹੈ ਆਪਣਾ ਜਨਮ। ਤੀਜਾ ਪਦਾਰਥ ਹੈ ਨਾਮ। ਉਦੋਂ ਬਾਅਦ ਫਿਰ ਇਹਦਾ ਜਨਮ ਹੈ, ਸੱਚਖੰਡ ਚਲੀ ਜਾਂਦੀ ਹੈ ਆਤਮਾ। ਮਨ ਬੁੱਧੀ ਆਪਦੇ ਮੂਲ ਸਮਾ ਕੇ ਉਹਦਾ ਹੀ ਰੂਪ ਹੋ ਜਾਂਦੇ ਨੇ। ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹੇ ਮਲ। ਨਿਰੰਕਾਰ ਦੇ ਦੇਸ਼ ਚਲੇ ਜਾਂਦੇ ਨੇ। ਇਹ ਵਿਧੀ ਸਮਝਾਈ ਆ ਆਪਾਂ ਨੂੰ ਸਤਿਗੁਰਾਂ ਨੇ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਸੰਤੋਖ ਤੋਂ ਬਾਅਦ ਸੱਚ ਦਾ ਦਰਸ਼ਨ ਹੁੰਦਾ ਹੈ ਭਾਈ। ਸੱਚ ਦਾ ਦਰਸ਼ਨ ਅੱਖਾਂ ਨਾਲ ਨਹੀਂ ਹੁੰਦਾ ਹੈਗਾ। ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ। ਅਸੀਂ ਆਪਦੀ ਬੁੱਧੀ ਨੂੰ ਅਰਥਾ ਰਹੇ ਹਾਂ। ਸਾਡੀ ਬੁੱਧੀ ਦਾ ਵਿਸ਼ਾ ਹੈ ਭਾਈ ਇਹ। ਕਿੱਥੇ ਗੁਰ ਕੀ ਮਤ, ਕਿੱਥੇ ਸਾਡੀ ਮਤ, ਫਿਰ ਵੀ ਨਹੀਂ ਅਸੀਂ ਹਟਦੇ ਹੈਗੇ। ਜੋ ਜੋ ਜਗਤ ਮੇ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਸਭ ਆਪੋ ਆਪਦਾ ਰਾਹ ਚਲਾਈ ਬੈਠੇ ਨੇ। ਉਹੀ ਤਾਂ ਆਪਾਂ ਕਰਾਏ ਪਏ ਹੋਏ ਹਾਂ ਭਾਈ। ਆਪਾਂ ਦਰਸ਼ਨ ਕਰਨਾ ਹੈ ਨਾਮ ਦਾ। ਕਿਹਨੇ ਕਰਨਾ? ਮਨ ਬੁੱਧੀ ਨੇ। ਜਦ ਤੱਕ ਮਨ ਬੁੱਧੀ ਆਪਦੇ ਮੂਲ ਹਰ 'ਚ ਲੈ ਨਹੀਂ ਹੁੰਦੇ, ਸਤਿਗੁਰ ਦਾ ਦਰਸ਼ਨ ਨਹੀਂ ਕਰਦੇ, ਫਿਰ ਨਾਮ ਕਿਵੇਂ ਪ੍ਰਾਪਤ ਕਰਾਂਗੇ? ਸਤਿਗੁਰ ਤੇ ਨਾਮ ਪਾਇਆ ਜਾਏ। ਸਤਿਗੁਰ ਤੱਕ ਅਸੀਂ ਪਹੁੰਚਣਾ। ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਕਾ ਬਣਾਈਆਂ। ਸ਼ਬਦ ਦਾ ਜਸ ਕਰਨਾ ਹੈ। ਸ਼ਬਦ ਦਾ ਜਸ ਕਦੋਂ ਹੁੰਦਾ ਹੈ? ਹੁਕਮ ਦਾ, ਜਦੋਂ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ। ਅੱਗੇਲਾ ਕੰਮ ਫਿਰ ਨਾਮ ਦਾ, ਸਤਿਗੁਰ ਦਾ ਹੈ। ਸਤਿਗੁਰ ਤੇ ਨਾਮ ਪਾਇਆ ਜਾਏ। ਅੱਗੇ ਦੋ ਪਦਾਰਥ ਫਿਰ ਆਪਾਂ ਨੂੰ ਗਾਹਾਂ ਮਿਲਦੇ ਨੇ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗੇ। ਆਓ ਭਾਈ ਸਾਰੇ ਨੂੰ ਮਿਲ ਕੇ ਵਿਚਾਰਦੇ ਰਹੀਏ। ਜੇ ਕਿਸੇ ਨੇ ਵੀ ਚਾਰ ਪਦਾਰਥਾਂ ਦੀ ਪ੍ਰਾਪਤੀ ਕਰਨੀ ਹੈ, ਦੁੱਖਾਂ ਤੋਂ ਛੁਟਕਾਰਾ ਪਾਉਣਾ, ਤਾਂ ਗੁਰ ਕੇ ਚਰਨਾਂ ਨੂੰ ਭਾਈ ਜੁੜਨਾ ਹੀ ਪਊਗਾ। ਹੋਈ ਨਿਵਾਣਾ ਜਗ ਰਹੇ ਦਰਗੇ, ਮਾਣ ਨਿਵਾਣਾ ਪਾਏ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ। ਚਿੰਤਾ ਲਾਹੀ ਹਮਾਰੀ। ਫਿਰ ਆਪਣੀ ਚਿੰਤਾ ਜਾਣੀ ਆ, ਫਿਰ ਆਪਣਾ ਸੰਸਾਰ 'ਚੋਂ ਛੁਟਕਾਰਾ ਹੋਣਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅਸੀਂ ਵੀ ਇਹ ਅਵਸਥਾ ਪ੍ਰਾਪਤ ਕਰੀਏ ਸੰਤੋਖ ਦੀ। ਅਸੀਂ ਵੀ ਦੂਰ ਦੂਰ ਜਾ ਕੇ ਗੁਰੂ ਘਰਾਂ ਦੇ ਵਿੱਚ ਗੁਰੂ ਪਿਆਰਿਆਂ ਨਾਲ ਮਿਲ ਕੇ ਉਹ ਗੁਰੂ ਦਾ ਜਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।